ਗੁੰਡਾਗਰਦੀ ਕੀਤੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਨਾਲ ਜਿਹੜਾ ਵੀ ਕਾਨੂੰਨ ਦੇ ਤਹਿਤ ਇੱਕ ਪ੍ਰੋਸੈਸ ਉਹ ਤੈਅ ਕੀਤਾ ਜਾਏ। ਸਟੇ ਹੋਣ ਦੇ ਬਾਵਜੂਦ ਮਹਿਕਮਾ ਹਾਈਵੇ ਨੇ ਕੱਲ ਫੇਰ ਆ ਕੇ ਵਾਇਲੇਸ਼ਨ ਕੀਤੀ ਹੈ। ਇਹਦਾ मतलब है महकमा हाईवे अदालतों को कुछ नहीं समझता। हम गुजरात वालों को खुशी है गुजरात के वजीर आला पंजाब बने, लेकिन हम ये भी उनसे उम्मीद रखते हैं कि वो गुजरात की आवाम को खुशियां देने के लिए या उनको उनके हकूक दिलाने के लिए या जो उनकी मुश्किलात हैं उनको ख़त्म कराने के लिए काम करेंगे। उनका फ़र्ज़ था कि वो जहाँ से ये अटैच कर रहे हैं मोटरवे से रूट, तो वो काबजीन मालकान है उनसे बात करते, डीसी ऑफिस में बुलाते। मैं अपने दोस्त अहबाब जिन्ने साथी इत्थे तशरीफ ले आए ने, बिजनेसमैन, इंडस्ट्रीलिस्ट, कारोबारी तंजीमां दे जेहड़े नुमाइंदे आए ने और खसूसन तौर उत्ते जेहड़े प्रैस दे लोग इत्थे आए ने, उन्हां दा शुक्रिया अदा करना। इस लम्हे दे विच साडा साथ देण वास्ते एक जुलम और जबर और ला कानूनीयत दे वास्ते उन्हां जिहड़ी असीं आवाज़ ठाने पे उहदे वास्ते इकट्ठे होए ने। ਇਹ ਜਿਹੜੀ जगह है ना साडी अपनी अज तो 7 साल ਪਹਿਲਾਂ ਅਸੀਂ ਪਰਚੇਜ਼ ਕੀਤੀ ਸੀ। ਇੱਥੇ ਅਸੀਂ 3 ਘਰਾਂ ਦੀਆਂ ਬੁਨਿਆਦਾਂ ਜਿਹੜੀਆਂ ਨੇ ਨਾ ਉਹ ਭਰੀਆਂ ਨੇ। ਇੱਥੇ ਅਸੀਂ 3 ਘਰ ਬਣਾਉਣੇ ਸਨ। ਇਸ ਸਿਲਸਿਲੇ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਕੋਈ ਹਾਈਵੇ ਵਾਲਿਆਂ ਦੀ ਮਸ਼ੀਨ ਜਿਹੜੀ ਹੈ ਨਾ ਆਈ ਹੈ ਤੇ ਉਹ ਉੱਥੇ ਅੰਦਰ ਆ ਕੇ ਨਾ ਉਹਨਾਂ ਖੁਦਾਈ ਸ਼ੁਰੂ ਕੀਤੀ ਹੈ। ਅਸੀਂ ਮੌਕੇ 'ਤੇ ਇੱਥੇ ਆਏ ਆ ਕੇ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਜਿਹੜੀ ਸਾਡੀ ਜਗ੍ਹਾ ਵੇ ਇੱਥੇ ਤੁਸੀਂ ਇਹ ਖੁਦਾਈ ਪੇ ਕਰਦੇ ਹੋ, ਤੁਸੀਂ ਕਿਧਰੋਂ ਆਏ ਹੋ, ਤੁਹਾਡੇ ਕੋਲ ਕਿਸੇ ਡਿਪਾਰਟਮੈਂਟ ਦਾ ਲੈਟਰ ਕੋਈ ਦੂਸਰਾ ਕੋਈ ਜਿਹੜਾ ਕੋਈ ਸਰਕਾਰੀ ਅਦਾਰਾ ਹੈ? ਉਹਨਾਂ ਕਿਹਾ ਜੀ ਸਾਡੇ ਕੋਲ ਕੋਈ ਨਹੀਂ। ਉਹ ਚਲੇ ਗਏ ਨੇ। ਅਸੀਂ ਜਾ ਕੇ ਸਿਵਲ ਅਦਾਲਤ ਦੇ ਵਿੱਚੋਂ ਕਾਨੂੰਨੀ ਤਰੀਕਾ ਇਖਤਿਆਰ ਕਰਕੇ ਅਸੀਂ ਸਟੇ ਲਿਆ ਕਿ ਭਾਈ ਇਸ ਤਰ੍ਹਾਂ ਸਾਡੀ ਜ਼ਾਤੀ ਮਲੀਤੀ ਜਗ੍ਹਾ ਵੇ, ਹਾਈਵੇ ਵਾਲੇ ਜਿਹੜੇ ਨੇ ਨਾ ਇੱਕ ਲਾ ਕਾਨੂੰਨੀਅਤ ਕਰਦੇ ਪਏ ਨੇ ਤੇ ਰੂਲਸ ਰੈਗੂਲੇਸ਼ਨ ਜਾਂ ਜੋ ਕਾਨੂੰਨ ਹੀ ਕਹਿੰਦਾ ਹੈ ਕਿ ਭਾਈ ਕਿਸੇ ਦੀ ਜਗ੍ਹਾ 'ਚ ਤੁਸੀਂ ਕੋ ਅਗਰ ਚੀਜ਼ ਗੌਰਮੈਂਟ ਨੂੰ ਚਾਹੀਦੀ ਹੈ, ਗੌਰਮੈਂਟ ਨੇ ਕਾਨੂੰਨ ਵੀ ਬਣਾਇਆ ਕਿ ਭਾਈ ਜਿਹੜੇ ਬੰਦਿਆਂ ਦੀ ਤੁਹਾਨੂੰ ਕੋਈ ਚੀਜ਼ ਚਾਹੀਦੀ ਉਹਨੂੰ ਨੋਟਿਸ ਪ੍ਰਾਪਰ ਭੇਜਦੇ ਨੇ। ਨੋਟਿਸ ਭੇਜਣ ਤੋਂ ਬਾਅਦ ਉਹ ਬੰਦੇ ਜਾਂਦੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਨੇ, ਸੁਣ ਕੇ ਉਹਨਾਂ ਅੱਗੇ ਸਾਰਾ ਪ੍ਰੋਗਰਾਮ ਦੱਸਦੇ ਨੇ ਜੀ ਅਸੀਂ ਇੱਥੋਂ ਸੜਕ ਕੱਢਣੀ ਹੈ ਜੀ ਜਾਂ ਅਸੀਂ ਇੱਥੇ ਫਲਾਨੀ ਚੀਜ਼ ਬਣਾਉਣੀ ਹੈ ਜੀ। ਫਿਰ ਉਹ ਇੱਕ ਕਾਨੂੰਨ ਜ਼ਾਬਤੇ ਦੇ ਤਹਿਤ ਰੇਟ ਤੈਅ ਹੁੰਦੇ ਨੇ ਮੁਸ਼ਾਵਰਤ ਦੇ ਨਾਲ। ਇੱਕ ਬੰਦਾ ਕਹਿੰਦਾ ਜੀ ਮੈਂ ਨਹੀਂ ਦੇਣੀ, ਉਹ ਫਿਰ ਉਹਦੇ 'ਚ ਗੁਫ਼ਤੋ ਸ਼ਨੀਦ ਵਿੱਚ ਕੁਝ ਨਾ ਕੁਝ ਤੈਅ ਕਰਕੇ ਉਹ ਗੌਰਮੈਂਟ ਨੇ ਸਾਰੇ ਕਾਨੂੰਨ ਬਣਾਏ ਹੋਏ ਨੇ, ਉਹਦੇ ਮੁਤਾਬਕ ਜਿਹੜਾ ਨਾ ਫਿਰ ਉਹ ਜਿਸਲੇ ਮੁਆਹਦਾ ਹੀ ਹੋ ਜਾਂਦਾ ਫਿਰ ਉਹ ਕੋਈ ਕਾਨੂੰਨ ਜ਼ਾਬਤਾ ਜਿਹੜਾ ਵੇ ਨਾ ਮਹਿਕਮਾ ਹਾਈਵੇ ਨੇ ਉਹ ਪੂਰਾ ਨਹੀਂ ਕੀਤਾ। ਕਬਜ਼ਾ ਗਰੁੱਪ ਜਾਂ ਗੁੰਡਾਗਰਦੀ ਤੁਸੀਂ ਕਹਿ ਸਕਦੇ ਹੋ, ਕੌਣ ਲੋਕ ਕਰ ਰਹੇ ਨੇ? ਇਹ ਮਕਾਮੀ ਇੰਤਜ਼ਾਮੀਆਂ ਨੂੰ, DPO ਸਾਹਿਬ, DC ਸਾਹਿਬ, ਕਿਉਂਕਿ DC ਸਾਹਿਬ ਜਿਹੜੇ ਨੇ ਨਾ ਉਹ ਡਿਸਟ੍ਰਿਕਟ ਕੰਟਰੋਲਰ ਨੇ। DPO ਸਾਹਿਬ ਜਿਹੜੇ ਨੇ ਨਾ ਉਹਨਾਂ ਦਾ ਕੰਮ ਹੈ ਲਾ ਐਂਡ ਆਰਡਰ ਨੂੰ ਕੰਟਰੋਲ ਕਰਨਾ। ਜਿੱਥੇ ਲਾ ਕਾਨੂੰਨ ਹੁੰਦੀ ਹੈ ਉਹਨਾਂ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਐਕਸ਼ਨ ਲੈਣਾ। ਹਾਈਵੇ ਦੇ ਮਹਿਕਮੇ 'ਚ ਸਟੇ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ ਹੈ, DC ਸਾਹਿਬ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਹੈ ਕਿ ਅਗਰ ਉੱਥੇ ਕੋਈ ਚੀਜ਼ ਹੈ ਤੁਹਾਡੇ ਕੋਲ ਕੋਈ ਪ੍ਰੂਵਡ ਜਾਂ ਕੋਈ ਨਕਸ਼ਾ ਜਾਂ ਅਕਵਾਇਰਮੈਂਟ ਤੁਸੀਂ ਕੋਈ ਜਗ੍ਹਾ ਕੀਤੀ ਹੈ ਤਾਂ ਸਾਨੂੰ ਉਹਦੇ ਕੋਈ ਸਬੂਤ ਦਿਓ। ਬਸ ਅੱਜ ਤੱਕ ਸਾਨੂੰ ਉਹ ਜਿਹੜੇ ਨੇ ਨਾ ਦਰਖਾਸਤਾਂ ਦੇਣ ਦੇ ਬਾਵਜੂਦ ਕੋਈ ਨਹੀਂ ਮਿਲੇ। ਉਹਦੇ ਤੋਂ ਬਾਅਦ DPO ਸਾਹਿਬ ਨੂੰ ਅਸਾਂ ਦਰਖਾਸਤ ਦਿੱਤੀ ਹੈ ਕਿ ਸਾਰੀ ਲਾ ਕਾਨੂੰਨੀਅਤ ਜਿਹੜੇ ਹੈ ਬੰਦੇ ਪੇ ਕਰਦੇ ਨੇ ਮਹਿਕਮਾ ਹਾਈਵੇ ਵੇ ਜਾਂ ਜਿਹੜੇ ਕੋਈ ਇੱਥੇ ਕੱਲ ਮਸ਼ੀਨਰੀ ਫੇਰ ਕੱਲ ਅੱਜ 10 ਦਿਨ ਪਹਿਲਾਂ 10-15 ਦਿਨ ਪਹਿਲਾਂ ਵੀ ਆਈ ਹੈ, ਕੱਲ ਫੇਰ ਉਹ ਠੇਕੇਦਾਰ ਪਲੱਸ ਹਾਈਵੇ ਵਾਲਿਆਂ ਦੀ ਮਸ਼ੀਨਰੀ ਇੱਥੇ ਆ ਗਈ ਹੈ। ਉਹ ਫੇਰ ਉਹਨਾਂ ਨੇ ਇੱਥੇ ਲਾ ਕਾਨੂੰਨੀਅਤ ਦੀ ਇੰਤਹਾ ਕੀਤੀ ਹੈ, ਜਿਹਦੇ ਵਿੱਚ ਮਕਾਮੀ ਆਬਾਦੀ ਦੇ ਲੋਕ ਜਿਹੜੇ ਨੇ ਜਿਨ੍ਹਾਂ ਦੀਆਂ ਪਿੱਛੇ ਵੀ ਜ਼ਮੀਨਾਂ ਨੇ ਉਹ ਵੀ ਮੁਤਾਸਰ ਹੋਏ ਨੇ, ਉਹ ਵੀ ਇੱਥੇ ਆ ਗਏ ਨੇ। ਹੋਰ ਦੋਸਤ ਅਹਬਾਬ ਜਿਨ੍ਹਾਂ ਨੂੰ ਪਤਾ ਲੱਗਾ ਉਹ ਆਏ ਨੇ, ਤਾਜਰ ਕਮਿਊਨਿਟੀ ਦੇ ਬੰਦੇ ਇੱਥੇ ਆਏ ਨੇ, ਬਿਜ਼ਨਸਮੈਨ ਆਏ ਨੇ, ਇੰਡਸਟਰੀਲਿਸਟ ਆਏ ਨੇ। ਉਹ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੇ ਰਹੇ ਨੇ ਆ ਕੇ ਕਿ ਭਾਈ ਇਹ ਜ਼ਿਆਦਤੀ ਹੋ ਰਹੀ ਹੈ, ਇਹ ਗਲਤ ਹੋ ਰਿਹਾ ਹੈ ਜੀ। ਉਹਦੇ ਤੋਂ ਬਾਅਦ 15 ਦੇ ਉੱਤੇ ਕਾਲ ਚਲਾਈ ਹੈ। ਮਕਾਮੀ ਪੁਲਿਸ ਜਿਹੜੀ ਉਹਨਾਂ ਆਪਣੇ ਨੁਮਾਇੰਦੇ ਭੇਜੇ ਨੇ, ਮਕਾਮੀ SHO ਸਾਹਿਬ ਉਹ ਤਸ਼ਰੀਫ ਲਿਆਏ ਨੇ। ਉਹਨਾਂ ਸਾਡੇ ਨਾਲ ਤਾਮਨ ਕੀਤਾ। ਉਹਨਾਂ ਨੇ ਉਹਨਾਂ ਨੂੰ ਕਿਹਾ ਅਗਰ ਤੁਹਾਡੇ ਕੋਲ ਕੋਈ ਰਿਟਨ ਚੀਜ਼ ਹੈ ਤੇ ਫਿਰ ਤੁਸੀਂ ਇਹ ਕਰੋ, ਜੇ ਤੁਹਾਡੇ ਕੋਲ ਨਹੀਂ
ਤੇ ਫਿਰ ਤੁਸੀਂ ਜਿਹੜਾ ਨਾ ਚਲੇ ਜਾਓ। ਇੱਕ ਗੱਲ ਜ਼ਰੂਰ ਹੈ, ਅਗਰ ਉਹਨਾਂ ਕੋਲ ਰਿਟਨ ਨਹੀਂ ਸੀ ਹੈ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਜਿਹੜੀ ਹੈ ਨਾ ਚਾਰਾਜੋਈ, ਉਹਨਾਂ ਦਾ ਹੱਕ ਬਣਦਾ ਸੀ ਕਿ ਉਹਨਾਂ ਦੇ ਖਿਲਾਫ FIR ਜਿਹੜੀ ਹੈ ਨਾ ਮਹਿਕਮਾ ਹਾਈਵੇ ਦੇ ਜਿਹੜੇ ਜ਼ਿੰਮੇਦਾਰਾਂ ਨੇ ਉਹਨਾਂ ਦੇ ਖਿਲਾਫ ਦਰਜ ਕਰਦੇ, ਲੇਕਿਨ ਉਹ ਉਹਦੇ ਤੱਕ ਦਰਜ ਨਹੀਂ ਹੋਈ। ਮਕਾਮੀ ਜਿਹੜੇ ਨੇ ਆਪਣਾ DPO ਸਾਹਿਬ, ਉਹਨਾਂ ਨੂੰ ਕੱਲ ਅਸੀਂ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਮਹਿਕਮਾ ਹਾਈਵੇ ਦੀ ਗੁੰਡਾਗਰਦੀ ਦੇ ਖਿਲਾਫ ਜਿਹੜੇ ਕਾਨੂੰਨ ਦੀ ਵਾਇਲੇਸ਼ਨ ਪੇ ਕਰਦੇ ਨੇ ਉਹਨਾਂ ਦੇ ਖਿਲਾਫ FIR ਕੱਟੀ ਜਾਏ। ਸਾਡੀ ਮਲਾਕ ਨੂੰ ਉਹਨਾਂ ਨੁਕਸਾਨ ਪਹੁੰਚਾਇਆ। ਹਰ ਬੰਦਾ ਜਿਹੜਾ ਨਾ ਕੋਸ਼ਿਸ਼ ਕਰਦਾ ਮਿਹਨਤ ਮਜ਼ਦੂਰੀ ਕਰਕੇ, ਇੱਕ ਵਕਤ ਆਉਂਦਾ ਉਹ ਆਪਣੇ ਬਾਲ ਬੱਚੇ ਵਾਸਤੇ ਕਿ ਭਾਈ ਅਸੀਂ ਉਹਨਾਂ ਵਾਸਤੇ ਘਰ ਬਣਾਈਏ ਜਾਂ ਦੂਸਰਾ ਤੀਸਰਾ, ਮਿਹਨਤ ਹੱਕ ਲਾਲ ਦੀ ਰੋਜ਼ੀ ਨਾਲ, ਹੱਕ ਰਾਤ ਦੇ ਪੈਸਿਆਂ ਨਾਲ ਅਸੀਂ ਇਹ ਜਿਹੜੀ ਹੈ ਨਾ ਜਗ੍ਹਾ ਲਈ। ਮਕਾਮੀ ਬੰਦੇ ਤੁਸੀਂ ਸਾਰੇ ਸਾਨੂੰ ਵੀ ਜਾਣਦੇ ਹੋ, ਸ਼ਹਿਰ ਦੇ ਲੋਕ ਵੀ ਜਾਣਦੇ ਨੇ, ਜਿਹੜੇ ਇੱਥੇ ਤਕਰੀਬਨ ਸਾਰੀ ਕਮਿਊਨਿਟੀ, ਸਿਆਸੀ ਗੈਰ ਸਿਆਸੀ ਲੋਕ ਜਿਹੜੇ ਨੇ ਨਾ ਸਾਨੂੰ ਜਾਣਦੇ ਨੇ ਕਿ ਸਾਡਾ ਸ਼ਹਿਰ ਦੇ ਵਿੱਚ ਕਿਰਦਾਰ ਕੀ ਹੈ। ਤੁਹਾਡੇ ਸਾਹਮਣੇ ਵੀ ਹੈ, ਇੱਕ ਅੱਛੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੀ ਹੈ, ਇਨਸਾਨੀਅਤ ਦਾ ਇਤਰਾਮ ਕੀਤਾ ਹੈ। ਕਿ ਕੱਲ ਪਤਾ ਲੱਗਿਆ ਕਿ ਵਜ਼ੀਰ ਆਲਾ ਸਾਹਿਬ ਇੱਥੇ ਆ ਰਹੇ ਨੇ, ਇਫਤਤਾਹ ਕਰ ਰਹੇ ਨੇ, ਇੱਥੋਂ ਮਸ਼ੀਨਰੀ ਕੱਢ ਕੇ ਤੇ ਉਹ ਸਾਹਮਣੇ ਜਿਹੜਾ ਨਾ ਉਹ ਬਣਾ ਰਹੇ ਨੇ ਇਫਤਤਾਹ ਵਾਸਤੇ। ਮੈਂ ਸਾਰਿਆਂ ਦੋਸਤਾਂ ਨੂੰ ਇਹ ਰਿਕਵੈਸਟ ਕਰਨਾ ਜਿਹੜੇ ਤੁਸੀਂ ਇੱਥੇ ਆਏ ਹੋ, ਕੱਲ ਦਾ ਦਿਨ ਅਸੀਂ ਜੁਮੇ ਤੋਂ ਬਾਅਦ ਜਿਸਲੇ ਵਜ਼ੀਰ ਆਲਾ ਸਾਹਿਬ ਨੇ ਆਣਾ ਹੈ ਉਹਨਾਂ ਇਫਤਤਾਹ ਕਰਨਾ, ਕੱਲ ਤੁਸੀਂ ਇੱਥੇ ਆ ਕੇ ਅਸੀਂ ਪੁਰਅਮਨ ਤੌਰ ਉਤੇ ਬਹਿਣਾ। ਕਾਨੂੰਨੀ ਤਕਾਜ਼ੇ ਨੇ, ਪੁਰਅਮਨ ਇਜਾਜ਼ਤ ਤੁਸੀਂ, ਅਸੀਂ ਕੋਈ ਨਾਰਾ ਨਹੀਂ ਮਾਰਨਾ ਕਿਸੇ ਦੇ ਖਿਲਾਫ, ਅਸੀਂ ਸਿਰਫ ਇਹ ਕਹਿਣਾ ਕਿ ਜਿਹੜਾ ਸਾਡਾ ਕਾਨੂੰਨੀ ਹੱਕ ਹੈ ਸਾਨੂੰ ਉਹ ਜਿਹੜਾ ਨਾ ਉਹਦੇ ਮੁਤਾਬਕ ਸਾਡੇ ਨਾਲ ਚੱਲਿਆ ਜਾਏ, ਸਾਡੇ ਨਾਲ ਗੁੰਡਾਗਰਦੀ ਨਾ ਕੀਤੀ ਜਾਏ, ਅਦਾਲਤਾਂ ਦਾ ਇਤਰਾਮ ਕੀਤਾ ਜਾਏ, ਕਾਨੂੰਨ ਨੂੰ ਕਾਨੂੰਨ ਸਮਝਿਆ ਜਾਏ। ਅਗਰ ਕੋਈ ਕਾਨੂੰਨ ਨੂੰ ਕਾਨੂੰਨ ਨਹੀਂ ਸਮਝੇਗਾ ਫਿਰ ਇਸ ਤਰ੍ਹਾਂ ਨਾ ਮਾਸ਼ਰੇ ਚੱਲ ਸਕਦੇ ਨੇ, ਨਾ ਹਕੂਮਤਾਂ ਚੱਲ ਸਕਦੀਆਂ ਨੇ। ਹਰ ਬੰਦਾ ਜਿਸਲੇ ਕਾਨੂੰਨ ਦੀ ਵਾਇਲੇਸ਼ਨ ਕਰੇਗਾ ਫਿਰ ਜਿਹੜੇ ਨਿਜ਼ਾਮ ਨਹੀਂ ਚੱਲਦੇ, ਨਿਜ਼ਾਮ ਚੱਲਦੇ ਨੇ ਸਿਸਟਮ ਨਾਲ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਇੱਕ ਸਿਸਟਮ ਦੇ ਤਹਿਤ ਬਹਿ ਕੇ ਗੱਲ ਕੀਤੀ ਜਾਏ ਬਾਇਜ਼ਤ ਤਰੀਕੇ ਨਾਲ। ਅਸੀਂ ਨਾ ਕਿਸੇ ਕੋ ਮਰਗੂਬ ਹੁੰਨੇ ਆ, ਨਾ ਕਿਸੇ ਦਾ ਖੌਫ ਹੈ। ਕਾਨੂੰਨ ਦੇ ਦਾਇਰੇ 'ਚ ਬਹਿ ਕੇ ਜਿਹੜਾ ਸਾਡੇ ਨਾਲ ਕੋਈ ਗੱਲ ਕਰੇਗਾ ਅਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਨ ਨੂੰ ਵੀ ਤਿਆਰ ਹਾਂ। ਜਿਹੜਾ ਅੱਗੂ ਫਿਰ ਫੈਸਲਾ ਹੋਏਗਾ ਉਹ ਇਨਸ਼ਾਅੱਲਾ ਤਾਲਾ ਅਸੀਂ ਵੇਖਾਂਗੇ ਕਿ ਆਇਆ ਸਾਨੂੰ ਜਿਹੜਾ ਹੈ ਮਸਲਨ ਜਗ੍ਹਾ ਵੇ, ਅਗਰ ਇਹਨੇ ਇੱਥੋਂ ਕੱਢਣੀ ਹੈ ਤਾਂ ਕੱਢਣ, ਅਸੀਂ ਇਹ ਨਹੀਂ ਕਹਿੰਦੇ, ਲੇਕਿਨ ਕਾਨੂੰਨੀ ਰਸਤਾ ਦੇ ਪ੍ਰਾਨ ਨਾ। ਇਹ ਹੁਣ ਤੀਕਨ 4 ਪੋਜੀਸ਼ਨਾਂ ਚੈੱਕ ਕਰ ਸਕੇ ਨੇ, ਜਿਹੜੇ ਸੈਕਟਰੀ ਰੈਵਨਿਊ ਵੇ ਉਹਨਾਂ ਪੁੱਛਿਆ ਵੇ ਤੇ ਉਹਨਾਂ ਨੂੰ ਤਲਾਹ ਦਿੱਤੀ ਹੈ ਕਠਾਲੇ ਕੋਲੋਂ ਨਹੀਂ ਕਰ ਰਿਹਾ ਹੈ ਜੀ, ਫੇਰ ਕਠਾਲੇ ਤੋਂ ਚੁੱਕ ਕੇ ਕਿਧਰੇ ਗਿਆ, ਫੇਰ ਉੱਥੋਂ ਕਿਧਰੇ ਗਿਆ, ਫੇਰ ਉੱਥੋਂ ਕਿਧਰੇ ਗਿਆ, ਹੁਣ ਇੱਥੇ ਆ ਵੜੇ ਨੇ। ਇਹ ਹੁੰਦਾ ਕੀ ਪਿਆ ਵੇ? ਸ਼ਹਿਰ ਦੇ ਲੋਕ ਤੁਸੀਂ ਜਾਣਦੀ ਦਾ ਸਮਝਦਾਰ ਹੋ, ਇਹ ਕਿਉਂ ਪਿਆ ਹੁੰਦਾ? ਇਹ ਜਿਹੜੇ ਰੁਖ ਚੇਂਜ ਹੋਏ ਨੇ ਉਹ किस तरह होए ने? भाई यूसुफ गुल के साथ इज़हार यकजहती के लिए, उनका साथ देने के लिए मैं बहुत शुक्रिया अदा करता हूँ। जो भी यहाँ तशरीफ़ लाए, वकला हज़रात आए, ताजर बरादरी आए, समाजी वर्कर आए, लोग इंसानियत के ख़िलाफ़ जो काम हो रहे हैं उसकी हिमायत करने के लिए आए। तो मैं तो सिर्फ ये बात बावर कराना चाहता हूँ कि हम गुजरात वालों को खुशी है कि गुजरात के वज़ीर आला पंजाब बने, लेकिन हम ये भी उनसे उम्मीद रखते हैं कि वो गुजरात की आवाम को खुशियाँ देने के लिए या उनको उनके हकूक दिलाने के लिए या जो उनकी मुश्किलात हैं उनको ख़त्म कराने के लिए काम करेंगे। और गुजरात में सीवरेज का मसला हल होगा, गुजरात में जो हेल्थ के प्रॉब्लम्स हैं वो हल होंगे, एजुकेशन के प्रॉब्लम हैं वो हल होंगे, जहाँ कोई इस वक्त चाइल्ड हॉस्पिटल की ज़रूरत है वो बनेगा। लेकिन मैं समझता हूँ कि उनका फ़र्ज़ था कि वो जहाँ से ये अटैच कर रहे हैं मोटरवे से रूट, तो वो काबजीन मालकान हैं उनसे बात करते, DC ऑफिस में बुलाते, चाहे वो पब्लिक हेल्थ वाले या हाईवे वाले, वो बात करते। लेकिन हमें अब ये महसूस हो रहा है कि चलो अवाम तो कोई गैर कानूनी काम करे तो महसूस होता है कि शायद उनको समझ नहीं है या वो आइन और कानून को समझते नहीं है। जब हाईवे कोई कानून की खिलाफ वर्जी करता है या कोई वजीर कानून की खिलाफ वर्जी करता है या ताकत इस्तेमाल करता है तो अवाम फिर उसके लिए क्या सोचते हैं? वो यही सोचते हैं कि अल्लाह ताला इनको ताकत ना दे। तो मैं पंजाब के वज़ीर आला और उनके तमाम ख़ानदान को अपील करता हूँ कि आप गुजरात के लोगों को खुशियाँ दें, गुजरात के लोगों को सुख दें, गुजरात के लोगों के मसाइल हल करें और गुजरात के लोगों के साथ
बामी रिश्ता मजबूत करें और गुजरात के लोगों के साथ अपने बंधन मजबूत करें कि वो फख्र करें कि ऐसे हैं हमारे रहनुमा या ऐसे हैं हमारे लीडर। अगर आप यहाँ जबर करेंगे, जुल्म करेंगे, ज्यादती करेंगे या उनके हकूक सलब करेंगे तो फिर भी लोग बोलेंगे कि ये जालिम है या ये लोगों को मजबूर करते हैं अपने मफादात के लिए। तो मेरी एक ही रिक्वेस्ट है अहले इक़्तिदार से कि वो गुजरात वालों को खुशियाँ दें, सुख दें, उनके मसाइल हल करें और कोई अगर सड़क निकलनी है तो बड़े अच्छे तरीके से, बड़े रिस्पेक्टेबल तरीके से, बड़े कानूनी तरीके से। वो गुल साहब भी कहते हैं हम बात करने के लिए तैयार हैं, हमें समझाएं कहाँ से निकलनी है। ये जोर जरबी और ये गैर जिम्मेदारी का तरीका अपनाना, इस तमाम चीज़ों को जो यहाँ लोग बैठे हैं हम इसकी भरपूर मजम्मत करते हैं ना जी, आप सब लोग मजम्मत। तो अल्लाह ताला उनको अक्ल और शौर दे के वो गुजरात को खुशियाँ दें, राहत दें, सुख दें और गुजरात की आवाम को उन पर फ़ख्र हो।